ਮਾਂ ਸਿਰਫ ਕੁਵਾਰੇ ਪੁੱਤਰ ਦੀ। ਇੱਕ ਮੌਜੂ ਹੈ, ਇਹਦੇ ਤੇ ਗੱਲ ਕਰਦੇ ਆ। ਇਸ ਤਰ੍ਹਾਂ ਦਾ ਕੀ ਹੋ ਜਾਂਦਾ ਹੈ ਕਿ ਇੱਕ ਕੁਵਾਰਾ ਪੁੱਤਰ ਜਿਹੜਾ ਜਿਗਰ ਦਾ ਟੁਕੜਾ ਹੁੰਦਾ, ਜਿਹੜਾ ਦਿਲ ਦਾ ਟੁਕੜਾ ਹੁੰਦਾ, ਜਿਹੜਾ ਚੰਨ ਦਾ ਟੁਕੜਾ ਹੁੰਦਾ, ਜਿਹੜਾ ਜ਼ਿਹਨੀ ਸਕੂਨ ਹੁੰਦਾ ਹੈ, ਉਹ ਕੁਵਾਰੇ ਹੁੰਦਿਆਂ ਤੇ ਹੁੰਦਾ ਹੈ, ਲੇਕਿਨ ਵਿਆਹ ਤੋਂ ਬਾਅਦ ਉਹ ਕੀ ਹੋ ਜਾਂਦਾ, ਸਿਰਫ ਔਰ ਸਿਰਫ ਨੂੰਹ ਦਾ ਬੰਦਾ ਰਹਿ ਜਾਂਦਾ, ਪੁੱਤਰ ਨਹੀਂ ਰਹਿੰਦਾ। ਇਹ ਇੱਕ ਸਾਡੇ ਮਾਸ਼ਰੇ ਦੀ ਤਲਖ ਹਕੀਕਤ ਹੈ, ਜਿਹਨੂੰ ਅਸੀਂ ਫਰਾਮੋਸ਼ ਨਹੀਂ ਕਰ ਸਕਦੇ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਇੱਕ ਕੁਵਾਰਾ ਮੁੰਡਾ ਜਿਹੜਾ ਹੁੰਦਾ ਹੈ ਨਾ, ਉਹ ਵਾਲਦਾ ਵਾਸਤੇ ਇੱਕ ਹਥਿਆਰ ਹੁੰਦਾ ਹੈ। ਵਾਲਦਾ ਉਹਦੇ ਨਾਲ ਤਮਾਮ ਮਾਮਲਾਤ ਡਿਸਕਸ ਕਰਦੀ, ਜਿਹੜੇ ਪੁੱਤਰ ਵਿਆਹੇ ਹੁੰਦੇ ਨੇ, ਨੂੰਹਾਂ ਘਰ 'ਚ ਹੁੰਦੀਆਂ, ਮਾਂ ਚੰਗੀ ਮਾੜੀ ਗੱਲ ਉਸ ਕੁਵਾਰੇ ਮੁੰਡੇ ਨਾਲ ਗੱਲ ਕਰਦੀ ਤੇ ਇੱਕ ਮਾਮਲਾਤ ਇੰਝ ਚੱਲਣਾ ਸ਼ੁਰੂ ਹੋ ਜਾਂਦੇ। ਤੇ ਵਕਤ ਗੁਜ਼ਰਨ ਦੇ ਨਾਲ ਨਾਲ ਵਾਲਦਾ ਜਦੋਂ ਦੱਸਦੀ ਹੈ ਕਿ ਜੀ ਇਹ ਨੂੰਹਾਂ ਨੇ ਇਸ ਤਰ੍ਹਾਂ ਕੀਤਾ ਹੈ, ਅੱਗੋਂ ਮੁੰਡੇ ਮੇਰੇ ਜਿਹੜੇ ਨੇ ਉਹ ਮੇਰੀ ਗੱਲ ਨੂੰ ਨਹੀਂ ਸਹੀ ਕਹਿੰਦੇ, ਉਹ ਨੂੰਹਾਂ ਦੀ ਗੱਲ ਕਰਦੇ, ਇਹ ਤੇ ਨੂੰਹਾਂ ਦੇ ਥੱਲੇ ਲੱਗੇ ਨੇ, ਇਹ ਤੇ ਮਿਸਾਲ ਦੇ ਤੌਰ ਤੇ ਮਰਦ ਨਹੀਂ ਹੈ। ਯਾਨੀ ਕਿ ਜੋ ਸਾਡੇ ਮਾਸ਼ਰੇ 'ਚ ਆਮ ਤੌਰ ਤੇ ਗੱਲਾਂ ਹੁੰਦੀਆਂ, ਉਹ ਵਾਲਦਾ ਜਿਹੜੀ ਹੁੰਦੀ ਹੈ ਨਾ, ਉਹ ਭਾਈਜਾਨ ਸਭ ਤੋਂ ਪਹਿਲੇ ਇੱਕ ਕੁਵਾਰੇ ਮੁੰਡੇ ਨਾਲ ਇਹੋ ਜਿਹੀਆਂ ਗੱਲਾਂ ਕਰਦੀ। ਅੱਛਾ, ਉਹ ਕੁਵਾਰਾ ਮੁੰਡਾ ਚੁੱਕੇ ਪੁਰਜੋਸ਼ ਹੁੰਦਾ ਹੈ, ਉਹ ਮਨੋ ਮਨ ਹਰ ਗੱਲ ਆਪਣੀ ਵਾਲਦਾ ਦੀ ਮੰਨਦਾ, ਸਮਝਦਾ ਹੈ, ਔਰ ਉਹ ਸਾਥ ਵਕਤ ਦੇ ਨਾਲ ਨਾਲ ਡਿਸਕਸ ਵੀ ਕਰਦਾ ਹੈ। ਅੱਛਾ, ਵਕਤ ਗੁਜ਼ਰਨ ਦੇ ਨਾਲ ਨਾਲ ਬੜੇ ਮਾਮਲਾ ਜਿਹੜੇ ਨਾ ਸਾਹਮਣੇ ਆਉਂਦੇ ਆ, ਤੇ ਉਹ ਪੁੱਤਰ ਜਿਹੜਾ ਹੈ ਨਾ ਆਪਣੀ ਵਾਲਦਾ ਨਾਲ ਗੱਲ ਕਰਦਾ ਹੈ ਕਿ ਮਾਂ ਜੀ ਜਿਸ ਤਰ੍ਹਾਂ ਤੁਸੀਂ ਸੋਚਦੇ ਨਾ ਇਸ ਤਰ੍ਹਾਂ ਨਹੀਂ, ਇਸ ਮਾਮਲੇ ਨੂੰ ਕਿਸੇ ਹੋਰ ਅੰਦਾਜ਼ ਨਾਲ ਵੀ ਤੁਸੀਂ ਸੋਚੋ, ਕੋਈ ਐਸੀ ਗੱਲ ਨਹੀਂ, ਮਾਮਲਾ ਤੁਹਾਨੂੰ ਚੱਲਣ ਦਿਓ। ਖੈਰ, ਜਦੋਂ ਵਾਲਦਾ ਨੂੰ ਪਤਾ ਚੱਲਦਾ ਹੈ ਕਿ ਇਹ ਪੁੱਤਰ ਵੀ ਹੁਣ ਮੇਰੇ ਹੱਥੋਂ ਗਿਆ ਹੈ, ਤੇ ਭਾਈਜਾਨ ਇੱਥੇ ਇੱਕ ਨਵੇਂ ਬੰਦੇ ਦੀ ਐਂਟਰੀ ਹੁੰਦੀ ਜਿਹੜੀ ਕਿ ਬੜੀ ਖਤਰਨਾਕ ਹੈ। ਜਿਹੜੀ ਧੀ ਨੂੰ ਤੁਸੀਂ ਖੁਸ਼ੀਆਂ ਨਾਲ, ਮੁਹੱਬਤਾਂ ਨਾਲ, ਪਿਆਰ ਨਾਲ ਔਰ ਅੱਲਾ ਦੀਆਂ ਰਹਿਮਤਾਂ ਦੇ ਨਾਲ ਵਿਆਹੁੰਦੇ ਜੇ, ਭਾਈਜਾਨ ਜਦੋਂ ਇਹ ਮਾਮਲਾ ਪੁੱਤਰ ਨੂੰ ਡਿਸਕਸ ਹੋਣਾ ਬੰਦ ਹੋ ਜਾਂਦਾ ਹੈ, ਤੇ ਨਵਾਂ ਬੰਦਾ ਜਿਹੜਾ ਹੈ ਉਹ ਧੀ ਦੀ ਸ਼ਕਲ ਦੇ ਵਿੱਚ ਘਰ 'ਚ ਦਾਖਲ ਹੁੰਦਾ ਹੈ, ਇਸ ਮਾਮਲਾਤ ਨੂੰ ਲੈ ਕੇ ਅੱਗੇ ਚੱਲਦਾ ਹੈ। ਉਹ ਫਿਰ ਚੰਗੀ ਮਾੜੀ ਗੱਲ ਜਿਹੜੀ ਹੈ ਨਾ ਵਿਆਹੀ ਧੀ ਦੇ ਨਾਲ ਵਾਲਦਾ ਕਰਦੀ ਹੈ, ਔਰ ਜਿਹੜੀ ਬੱਚੀ ਹੁੰਦੀ, ਧੀ ਹੁੰਦੀ, ਉਹ ਕੀ ਕਰਦੀ, ਆਪਣੇ ਜਿਹੜਾ ਸਸੁਰਾਲ ਹੈ ਉਹਦੀਆਂ ਗੱਲਾਂ, ਔਰ ਵਾਲਦਾ ਨੇ ਆਪਣੇ ਘਰ ਦੀਆਂ ਗੱਲਾਂ, ਯਾਨੀ ਕਿ ਤੁਸੀਂ ਕਹਿ ਲਓ ਕਿ ਇੱਕ ਖਰਾਬ ਹੋਣ ਦਾ ਨਿਜ਼ਾਮ ਜਿਹੜਾ ਨਾ ਸ਼ੁਰੂ ਹੋ ਜਾਂਦਾ, ਤਬਾਹੀ ਦਾ ਨਿਜ਼ਾਮ ਸ਼ੁਰੂ ਹੋ ਜਾਂਦਾ, ਜੋ ਕਿ ਸਾਡੀ ਮਾਸ਼ਰੇ ਦੀ ਬਦਕਿਸਮਤੀ ਹੈ। ਅੱਛਾ, ਹੁਣ ਹੁੰਦਾ ਕੀ ਹੈ ਕਿ ਮਜ਼ਾਜ ਇੱਕ ਹੋ ਜਾਂਦਾ ਹੈ, ਜਿੰਦੀ ਵਜ੍ਹਾ ਤੋਂ ਭਾਈਜਾਨ ਅੱਗੇ ਮਾਮਲਾਤ ਫਿਰ ਪੁੱਤਰਾਂ ਦੇ ਖਤਮ ਹੋ ਜਾਂਦੇ, ਅੱਗੋਂ ਐਂਟਰੀ ਧੀਆਂ ਦੀ ਸਟਾਰਟ ਹੋ ਜਾਂਦੀ ਹੈ। ਵਾਲਦਾ ਸਿਰਫ ਔਰ ਸਿਰਫ ਕੁਵਾਰਾ ਪੁੱਤਰ ਤੋਂ ਬਾਅਦ ਜਦੋਂ ਉਹ ਵੀ ਵਿਆਹਿਆ ਜਾਂਦਾ ਹੈ, ਤੇ ਜਨਾਬ ਸਿਰਫ ਵਾਲਦਾ ਧੀਆਂ ਦੀ ਰਹਿ ਜਾਂਦੀ ਹੈ, ਕਿਉਂਕਿ ਹਮ ਮਜ਼ਾਜ ਗੱਲਾਂ ਹੁੰਦੀਆਂ ਹੈ ਨਾ, ਫਿਰ ਇੰਜ ਲੱਗਦਾ ਵਾਲਦਾ ਨੂੰ ਕਿ ਮੇਰੇ ਜਿਹੜਾ ਦੁੱਖ ਸੁੱਖ ਦੀ ਇੱਕੋ ਹੀ ਜਿਹੜੀ ਹੈ ਨਾ ਮਿਸਾਲ ਕਹਿ ਲਓ ਕਿ ਦਰਦ ਜਿਹੜਾ ਲੈਂਦੀ ਉਹ ਮੇਰੀ ਧੀ ਹੈ ਜਾਂ ਮੇਰੀਆਂ ਧੀਆਂ। ਤੇ ਭਾਈਜਾਨ ਫਿਰ ਵਾਲਦਾ ਆਪਣਾ ਜਿਹੜਾ ਪੂਰਾ ਫੋਕਸ ਜਿਹੜਾ ਨਾ ਉਹ ਆਪਣੀ ਆਉਣ ਵਾਲੀ ਜਿਹੜੀ ਨਸਲ ਉਹਦੇ ਤੇ ਨਹੀਂ ਹੁੰਦਾ, ਬਲਕਿ ਉਹ ਆਪਣੀ ਬੇਟੀ ਤੇ ਹੋ ਜਾਂਦਾ, ਧੀ ਤੇ ਹੋ ਜਾਂਦਾ। ਇਹ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹ ਸਾਡੇ ਮਾਸ਼ਰੇ ਦੀ ਇੱਕ ਬਦਕਿਸਮਤੀ ਹੈ। ਮੈਂ ਇਹਨੂੰ ਕਿਸੇ ਹੋਰ ਅੰਦਾਜ਼ ਨਾਲ ਦੇਖਦਾ। ਦੇਖੋ, ਮੇਰੀ ਇੱਕ ਗੱਲ ਯਾਦ ਰੱਖਣਾ, ਬੜੇ ਮਾਮਲਾਤ ਨੂੰ ਸਿੱਧਾ ਕੀਤਾ ਜਾ ਸਕਦਾ ਹੈ, ਇਹ ਦੁਨੀਆ ਹੈ, ਠੀਕ ਹੈ। ਤੁਸੀਂ ਸੋਚਦੇ ਜੇ ਕਿ ਧੀਆਂ ਦਾ ਭਲਾ ਕਰਨਾ ਚਾਹੁੰਦੇ, ਕਰੋ, ਕੌਣ ਰੋਕਦਾ ਹੈ। ਮੇਰਾ ਖਿਆਲ ਹੈ ਕਿ ਧੀਆਂ ਦਾ ਭਲਾ ਜ਼ਿਆਦਾ ਬਿਹਤਰ ਤਰੀਕੇ ਨਾਲ ਹੋ ਸਕਦਾ ਹੈ ਕਿ ਭਰਾਵਾਂ 'ਚ ਇਤਫਾਕ ਹੋਵੇ। ਅਗਰ ਜਿਸ ਘਰ ਦੇ ਵਿੱਚ ਮੁਹੱਬਤ, ਇਤਫਾਕ ਔਰ ਸਲੂਕ ਹੋਵੇ ਨਾ ਭਾਈਜਾਨ, ਉਹ ਕਦੀ ਵੀ ਘਰ ਦੇ ਜਿਹੜੇ ਅਫਰਾਦ ਹੈ ਨਾ ਆਪਣੀਆਂ ਧੀਆਂ ਨੂੰ ਕਦੀ ਫਰਾਮੋਸ਼ ਨਹੀਂ ਕਰਦੇ। ਲੇਕਿਨ ਵਜ੍ਹਾ ਬਣ ਜਾਂਦੀ ਇੱਕ ਮੈਰਿਟ ਦੀ, ਇਨਸਾਫ ਦੀ। ਯਾਰ ਤੁਸੀਂ ਫਰਕ ਕਰਨਾ ਛੱਡ ਦਿਓ, ਧੀ ਦੇ ਵਿੱਚ ਤੇ ਨੂੰਹ ਦੇ ਵਿੱਚ ਜਦੋਂ ਤੁਸੀਂ ਫਰਕ ਕਰਨਾ ਛੱਡ ਦੋਗੇ ਨਾ, ਤੇ ਮੈਂ ਕਹਿੰਦਾ ਮਾਮਲਾਤ ਬੜੇ ਪੁਰਸਕੂਨ ਹੋ ਜਾਏਗੇ। ਯਾਰ ਜਿਹੜੀ ਬੱਚੀ ਤੁਸੀਂ ਸ਼ਾਦੀ ਕਰਕੇ ਲੈ ਕੇ ਆਂਦੇ ਜੇ, ਉਹ ਵੀ ਤੇ ਕਿਸੇ ਦੀ ਧੀ ਹੈ। ਫਿਰ ਤੁਹਾਨੂੰ ਇੱਕ ਮਜ਼ੇ ਵਾਲੀ ਗੱਲ ਦੱਸਾਂ, ਤੁਸੀਂ ਇਸ ਚੀਜ਼ ਦੀ ਤਾਈਦ ਕਰੋਗੇ ਕਿ ਜਿਹੜੇ ਵਾਲਿदैन ਆਪਣੇ ਪੁੱਤਰਾਂ ਦੀ ਸ਼ਾਦੀ ਕਰਦੇ ਨਾ, ਉਹ ਆਪਣੇ ਖੂਨੀ ਰਿਸ਼ਤੇਦਾਰਾਂ 'ਚ ਕਰਦੇ ਨੇ। ਯਾਨੀ ਕਿ ਜਦੋਂ ਸ਼ਾਦੀ ਆਪਣੇ ਪੁੱਤਰ ਦੀ ਕਰਨ ਜਾਂਦੇ ਆ, ਉਹ ਖੂਨੀ ਰਿਸ਼ਤੇਦਾਰਾਂ 'ਚੋਂ ਲੱਭ ਕੇ ਕਰਦੇ ਨੇ। ਲੇਕਿਨ ਮਸਲਾ ਕੀ ਹੋ ਜਾਂਦਾ, ਵਿਆਹ ਤੋਂ ਬਾਅਦ ਉਹੀ ਜਿਹੜੀ ਕਿਸੇ ਦੀ ਭਤੀਜੀ ਲੱਗਦੀ ਹੈ, ਕਿਸੇ ਦੀ ਭਣੇਵੀਂ ਲੱਗਦੀ ਹੈ, ਉਹ ਉਹਨਾਂ ਨੂੰ ਉਸ ਟਾਈਮ ਸ਼ਾਦੀ ਤੋਂ ਬਾਅਦ ਉਹ ਜ਼ਾਲਮ ਔਰ ਪਤਾ ਨਹੀਂ ਕੀ ਲਕਬ ਦਿੱਤੇ ਜਾਂਦੇ। ਇਹ ਸਾਡੇ ਮਾਸ਼ਰੇ ਦੀ ਬਦਕਿਸਮਤੀ ਹੈ। ਅੱਛਾ, ਇਸ ਮੌਜੂ ਨੂੰ ਛੇੜਨ ਦਾ ਹਰਗਜ਼ ਮਤਲਬ ਇਹ ਨਹੀਂ ਹੈ ਕਿ ਵਾਲਦਾ ਦੀ ਸ਼ਾਨ ਨੂੰ ਡੀਗ੍ਰੇਡ ਕਰਨਾ, ਨਹੀਂ। ਮੇਰਾ ਮਕਸਦ ਹੈ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਵੀ ਅਸੀਂ ਐਡਰੈਸ ਕਰਨਾ ਹੈ ਔਰ ਆਪਣੇ ਮਾਸ਼ਰੇ 'ਚ ਬਿਹਤਰੀ ਲਿਆਣੀ ਹੈ। ਬੜੇ ਲੋਕਾਂ ਨਾਲ ਇਸ ਤਰ੍ਹਾਂ ਹੋ ਰਿਹਾ। ਅੱਛਾ, ਜਿਨ੍ਹਾਂ ਨੇ ਇਸ ਤਰ੍ਹਾਂ ਨਹੀਂ ਨਾ ਹੋ ਰਿਹਾ, ਮੈਂ ਉਹਨਾਂ ਨੂੰ ਕਹਿੰਦਾ ਕਿ ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਅਗਰ ਜਿਨ੍ਹਾਂ ਦੇ ਘਰਾਂ 'ਚ ਇਹ ਮਾਮਲਾਤ ਨਹੀਂ ਹੈ, ਮੈਂ ਕਹਿੰਦਾ ਅੱਲਾਹ ਤਾਲਾ ਉਹਨਾਂ ਨੂੰ ਨਜ਼ਰੇ ਬਦ ਤੋਂ ਬਚਾਏ, ਇਹਨਾਂ ਮਾਮਲਾਤ ਤੋਂ ਬਚਾਏ। ਜਿਨ੍ਹਾਂ ਘਰਾਂ 'ਚ ਮਸਲੇ ਨਹੀਂ ਹੈ ਤੇ ਜਿਨ੍ਹਾਂ ਘਰਾਂ 'ਚ ਮਸਲੇ ਹੈ ਨੇ, ਸਾਨੂੰ ਸੋਚਣ ਦੀ ਜ਼ਰੂਰਤ ਹੈ, ਸਾਨੂੰ ਮਿਲ ਬੈਠ ਕੇ ਇਹਦਾ ਹੱਲ ਕੱਢਣ ਦੀ ਜ਼ਰੂਰਤ ਹੈ, ਇੱਕ ਦੂਜੇ ਦੀ ਇਸਲਾਹ ਕਰਨ ਦੀ ਜ਼ਰੂਰਤ ਹੈ ਕਿ ਇਹ ਕੰਮ ਕਿਦੋਂ ਜਾ ਕੇ ਮੁੱਕੇਗਾ। ਕੋਸ਼ਿਸ਼ ਤੇ ਕਰਨੀ ਚਾਹੀਦੀ, ਹੋ ਸਕਦਾ ਨਾ ਮੁੱਕੇ, ਲੇਕਿਨ ਸਾਡੀ ਕੋਸ਼ਿਸ਼ ਹੋ ਸਕਦੀ ਹੈ ਕਿ ਅਸੀਂ ਇੱਕ ਦੂਜੇ ਦੀ ਇਸਲਾਹ ਕਰਕੇ ਇਹਨਾਂ ਮਾਮਲਾਤ ਨੂੰ ਖਤਮ ਕਰੀਏ। ਇਹ ਜਿਹੜਾ ਨੂੰਹ ਔਰ ਧੀ ਦਾ ਜਿਹੜਾ ਫਰਕ ਕੀਤਾ ਜਾਂਦਾ, ਬਹੁਤ ਜ਼ਿਆਦਾ ਮੇਜਰ ਤਰੀਕੇ ਨਾਲ ਫਰਕ ਕੀਤਾ ਜਾਂਦਾ, ਉਹ ਫਰਕ ਨਹੀਂ ਹੋਣਾ ਚਾਹੀਦਾ। ਔਰ ਅਸਲ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸੋਚਿਆ ਜਾਵੇ ਨਾ, ਤੇ ਜਿਹੜਾ ਕੋਈ ਕਰੀਬ ਹੁੰਦਾ ਹੈ ਨਾ,
ਸਭ ਤੋਂ ਪਹਿਲਾਂ ਅਹਿਮੀਅਤ ਉਹਨੂੰ ਦੇਣੀ ਚਾਹੀਦੀ। ਮੈਂ ਇੱਥੇ ਨਾ ਕਿਸੇ ਖੂਨੀ ਤਲਕ ਭੈਣਾਂ ਦੇ ਖਿਲਾਫ ਹੈ, ਨਾ ਮੈਂ ਇਹ ਕਹਿਣਾ ਚਾਹੁੰਦਾ ਕਿ ਜੀ ਵਾਲਦਾ ਨਹੀਂ ਸਹੀ। ਦੇਖੋ ਇਨਸਾਫ ਮੈਰਿਟ ਸਾਡੀ ਇਸਲਾਮਿਕ ਤਾਲੀਮਾਤ ਜਿਹੜੀ ਹੈ ਨਾ, ਉਹ ਮੈਰਿਟ ਤੇ ਭਾਈਜਾਨ ਉਹ ਤਵੱਜੋ ਦਿਲਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਤੁਸੀਂ ਮੈਰਿਟ ਜਦੋਂ ਰੱਖੋਗੇ ਨਾ ਆਪਣੇ ਘਰ ਦੇ ਮਾਮਲਾਤ ਦੇ ਵਿੱਚ, ਤੇ ਯਕੀਨ ਮੰਨੋ ਉਹ ਘਰ ਕਦੀ ਬਿਖਰ ਨਹੀਂ ਸਕਦਾ। ਜਿੱਥੇ ਨੋ ਦੀ ਗਲਤੀ ਹੈ ਉੱਥੇ ਉਹਨੂੰ ਭਰਪੂਰ ਤਰੀਕੇ ਨਾਲ ਐਡਰੈਸ ਕਰਵਾਉਣਾ ਚਾਹੀਦਾ, ਜਿੱਥੇ ਤੁਹਾਡੀ ਆਪਣੀ ਗਲਤੀ ਉਹਨੂੰ ਐਡਰੈਸ ਕਰਨਾ ਚਾਹੀਦਾ, ਜਿੱਥੇ ਜਿੰਦੀ ਵੀ ਗਲਤੀ ਹੈ ਇਹ ਛੋਟਾ ਵੱਡਾ ਨਹੀਂ ਦੇਖਣਾ ਚਾਹੀਦਾ, ਜਾਂ ਇਹ ਨਹੀਂ ਦੇਖਣਾ ਚਾਹੀਦਾ ਕਿ ਕਿਸੇ ਕੋ ਪੈਸਾ ਜ਼ਿਆਦਾ ਤੇ ਉਹਦੀ ਗਲਤੀ ਨੂੰ ਗਲਤੀ ਨਾਲ ਤਸਲੀਮ ਕੀਤੀ ਜਾਵੇ, ਜਾਂ ਕਿਸੇ ਕੋ ਬਹੁਤ ਵੱਡਾ ਅਹੁਦਾ ਤੇ ਉਹਨੂੰ ਦੇਖਿਆ ਜਾਵੇ ਅਹੁਦੇ ਵਾਲਾ ਬੰਦਾ ਤੇ ਉਹਦੀਆਂ ਗਲਤੀਆਂ ਦੇ ਉੱਤੇ ਵੀ ਮਤਲਬ ਪਰਦਾ ਪਾਇਆ ਜਾਵੇ। ਤੇ ਇਹ ਦੇਖੋ ਪਾ ਤੇ ਦੋਗੇ ਤੁਸੀਂ, ਲੇਕਿਨ ਕਿਦੋਂ ਤੱਕ ਇਹ ਆਖਰ ਅੱਲਾ ਦੀ ਜ਼ਾਤ ਵੀ ਦੇਖ ਰਹੀ ਹੁੰਦੀ, ਇਹ ਮਾਮਲਾ ਤੇ ਇਸ ਤਰ੍ਹਾਂ ਚੱਲ ਰਹੇ ਹੁੰਦੇ, ਇਹ ਕਿਤੇ ਨਾ ਕਿਤੇ ਤੇ ਜਾ ਕੇ ਮੁੱਕਦੇ। ਅੱਲਾਹ ਤਾਲਾ ਇਨਸਾਫ ਨੂੰ ਪਸੰਦ ਕਰਦਾ, ਸਾਡੇ ਨਬੀ ਪਾਕ ਦੀ ਤਾਲੀਮਾਤ ਇਨਸਾਫ ਹੈ। ਕਦੀ ਵੀ ਕੋਈ ਵੀ ਫੈਸਲਾ ਦੇਣ ਤੋਂ ਪਹਿਲੇ ਉਹਨਾਂ ਦੀ ਜ਼ਾਤੀ ਹੈਸੀਅਤ ਨੂੰ ਕਦੀ ਨਹੀਂ ਦੇਖਣਾ ਚਾਹੀਦਾ, ਇਹ ਦੇਖਣਾ ਚਾਹੀਦਾ ਮਾਮਲਾਤ ਨੂੰ ਸੁਣੋ, ਸੁਣ ਕੇ ਰੱਬੀ ਫੈਸਲਾ ਕਰੋ। ਰੱਬੀ ਫੈਸਲਾ ਕੀ ਹੁੰਦਾ ਕਿ ਤੁਸੀਂ ਉਹ ਫੈਸਲਾ ਕਰੋ ਜਿਹੜਾ ਜਾਨਬਦਾਰੀ ਸ਼ੋ ਨਾ ਕਰੇ, ਠੀਕ ਹੈ ਨਾ। ਤੇ ਅੱਲਾਹ ਤਾਲਾ ਬਾਕੀ ਸਾਡੇ ਮਾਮਲਾ ਜਿੰਨੇ ਵੀ ਦੁਨੀਆ ਦੇ ਵਿੱਚ ਅੱਲਾਹ ਤਾਲਾ ਆਪਣੇ ਹਿਫਜ਼ੋ ਮਾਨ 'ਚ ਰੱਖੇ ਹਰ ਤਰ੍ਹਾਂ। ਇਹ ਮੌਜ਼ੂ ਮੈਂ ਇਸ ਕਰਕੇ ਕੀਤਾ ਕਿ ਆਮ ਤੌਰ ਤੇ ਇਸ ਤਰ੍ਹਾਂ ਗੱਲ ਨਹੀਂ ਹੁੰਦੀ, ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਇੱਕ ਚੀਜ਼ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਬਿਹਤਰੀ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਕਿਸੇ ਦਾ ਦਿਲ ਦੁਖਾਣਾ ਮਕਸਦ ਨਹੀਂ, ਖੁਦਾਰਾ ਇਸ ਚੀਜ਼ ਨੂੰ ਪੋਜ਼ਿਟਿਵ ਲੈਣਾ। ਔਰ ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗਦੀ ਹੈ ਪਲੀਜ਼ ਸ਼ੇਅਰ ਕਰਨਾ ਔਰ ਕਮੈਂਟਸ ਕਰਨਾ ਔਰ ਲਾਈਕ ਕਰਨਾ। ਤੇ ਇਨਸ਼ਾਅੱਲਾ ਤਾਲਾ ਇਹਨਾਂ ਮੌਜ਼ੂਆਤ ਨੂੰ ਅਸੀਂ ਡਿਸਕਸ ਕਰਦੇ ਰਵਾਂਗੇ ਪੋਜ਼ਿਟਿਵ ਵੇ ਨਾਲ ਔਰ ਬਿਹਤਰੀ ਵਾਸਤੇ ਕਰਦੇ ਰਵਾਂਗੇ। ਅੱਲਾਹ ਤਾਲਾ ਸਾਡਾ ਸਭ ਦਾ ਹਾਮੀ ਨਾਸਰ ਰਵੇ। ਤੁਹਾਡਾ ਵੀਡੀਓ ਵੇਖਣ ਦਾ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ। ਅੱਲਾਹ ਹਾਫਿਜ਼।